भाई दादू ने श्री गुरु अमरदास जी ते शरीरक हमला किया। अच्छा, फिर उस तो बाद धीर मल्लिया ने नौवें पातशाह ते गोली तक चलाती, पर ना श्री गुरु अमरदास जी ना श्री गुरु तेग बहादुर जी उन्होंने कुछ नहीं कहा। भी मैं पिछले दिनी भाई रणजीत सिंह ढड्डरियां वाले उन्होंने कोई गल कही, उन्होंने टिप्पणी की भी ਜਿਹੜੇ ਪੰਥਕ ਮਸਲੇ ਆ ਉਹਨਾਂ ਨੂੰ ਪੰਥ ਦੇ ਵਿੱਚ ਬੈਠ ਕੇ ਨਜਿੱਠਿਆ ਜਾਵੇ, ਉਹਨਾਂ ਮਸਲਿਆਂ ਨੂੰ ਪੰਥ ਹੈਂਡਲ ਕਰੇ, ਨਾ ਕਿ ਪਬਲਿਕ ਪਲੇਟਫਾਰਮ ਤੇ ਆਪਾਂ ਉਹਨਾਂ ਨੂੰ ਡਿਸਕਸ ਕਰੀਏ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਸਿੱਖ ਪੰਥ ਦੀ ਇੱਕ ਮਰਿਆਦਾ ਤੇ ਉਸ ਮਰਿਆਦਾ ਦੇ ਅਕੋਰਡਿੰਗਲੀ ਇਹ ਗੱਲ ਕੀਤੀ ਜਾਣੀ ਚਾਹੀਦੀ ਹੈ। ਉਹ ਦੋਨਾਂ ਧਿਰਾਂ ਦੀ, ਚਾਹੇ ਉਹ ਤੁਸੀਂ ਹੋ ਚਾਹੇ ਦਮਦਮੀ ਟਕਸਾਲ ਹੋਵੇ, ਇਹ ਦੋਨਾਂ ਧਿਰਾਂ ਦੀ ਭਾਸ਼ਾ ਬੜੀ ਮੈਟਰ ਕਰਦੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੇਰਾ ਅੱਜ ਗੱਲਬਾਤ ਕਰਨ ਦਾ ਜਿਹੜਾ ਕਾਰਨ ਇਹ ਬਣਿਆ ਵੀ ਮੈਂ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੂੰ ਕੋਈ ਗੱਲ ਕਹੀ, ਉਹਨਾਂ ਤੇ ਟਿੱਪਣੀ ਕੀਤੀ। ਹਾਲਾਂਕਿ ਬਹੁਤ ਸਤਿਕਾਰਯੋਗ ਆ ਉਹ ਟਿੱਪਣੀ, ਬੜੇ ਪਿਆਰ ਨਾਲ ਤੇ ਸਤਿਕਾਰ ਨਾਲ ਕੀਤੀ ਗਈ ਸੀ ਵੀ ਜਿਹੜੇ ਪੰਥਕ ਮਸਲੇ ਆ ਉਹਨਾਂ ਨੂੰ ਪੰਥ ਦੇ ਵਿੱਚ ਬੈਠ ਕੇ ਨਜਿੱਠਿਆ ਜਾਵੇ, ਉਹਨਾਂ ਮਸਲਿਆਂ ਨੂੰ ਪੰਥ ਹੈਂਡਲ ਕਰੇ, ਨਾ ਕਿ ਪਬਲਿਕ ਪਲੇਟਫਾਰਮ ਤੇ ਆਪਾਂ ਉਹਨਾਂ ਨੂੰ ਡਿਸਕਸ ਕਰੀਏ। ਮੈਂ ਬੜਾ ਹੈਰਾਨ ਹੋਇਆ ਤੇ ਤੁਸੀਂ ਵੀ ਹੈਰਾਨ ਹੋਵੋਗੇ ਵੀ ਇਸ ਟਿੱਪਣੀ ਤੋਂ ਬਾਅਦ ਮੇਰੇ ਕੋਲੇ ਬੜੇ ਮੈਸੇजेस ਆਏ। ਉਹਨਾਂ ਮੈਸੇजेस ਨੇ ਮੈਨੂੰ ਬੜਾ ਹੈਰਾਨ ਕੀਤਾ। ਉਹ ਕਿਵੇਂ ਕੀਤਾ? ਕੁਛ ਤਾਂ ਸੁਨੇਹੇ ਇਹ ਆਏ ਵੀ ਬਹੁਤ ਵਧੀਆ ਤੁਸੀਂ ਗੱਲ ਕਹੀ ਆ ਜੀ, ਪੰਥ ਨੂੰ ਸਮਝਣ ਵਾਲੇ ਬੰਦੇ ਜਿਹੜੇ ਹੁੰਦੇ ਆ, ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਸਿੱਖ ਪੰਥ ਦੀ ਇੱਕ ਮਰਿਆਦਾ ਤੇ ਉਸ ਮਰਿਆਦਾ ਦੇ ਅਕੋਰਡਿੰਗਲੀ ਇਹ ਗੱਲ ਕੀਤੀ ਜਾਣੀ ਚਾਹੀਦੀ ਹੈ। ਇੱਕ ਤਾਂ ਇਹ ਸੁਨੇਹੇ ਆਏ। ਅਗਲੇ ਜਿਹੜੇ ਦੂਜੇ ਪਾਸੇ ਦੇ ਸੁਨੇਹੇ ਸੀ ਉਹ ਇਹ ਆਏ ਵੀ ਤੁਸੀਂ ਸਾਡਾ ਦਿਲ ਤੋੜਿਆ ਜੀ, ਤੁਸੀਂ ਭਾਈ ਸਾਹਿਬ ਨੂੰ ਜਾਣਦੇ ਨਹੀਂ ਹੋ, ਤੁਸੀਂ ਭਾਈ ਰਣਜੀਤ ਸਿੰਘ ਤੇ ਜਿਹੜੀ ਟਿੱਪਣੀ ਕੀਤੀ ਆ ਉਹ ਚੰਗੀ ਗੱਲ ਨਹੀਂ ਆ, ਸਾਡੇ ਤੇ ਹਮਲੇ ਹੋਏ ਆ। ਹੁਣ ਅੱਛਾ, ਕੁਛ ਮੈਸੇजेस ਉਹਨਾਂ ਨੂੰ ਜਿਹੜੇ ਸਪੋਰਟ ਕਰਦੇ ਆ, ਆਪਣੇ ਹੀ ਬੰਦੇ ਆ, ਉਹਨਾਂ ਨੇ ਕੋਈ ਭਾਸ਼ਾ ਵੀ ਕੋਈ ਇਹੋ ਜਿਹੀ ਯੂਜ਼ ਕੀਤੀ ਜਿਹਦੇ ਤੇ ਮੈਂ ਵੀ ਰਿਐਕਟ ਕਰ ਸਕਦਾ ਸੀ, ਕਿਉਂਕਿ ਉਹ ਝੋਟੇ ਕੁੱਟ ਭਾਸ਼ਾ, ਮੈਂ ਉਹਨਾਂ ਨੂੰ ਉਸ ਗੱਲ ਨੂੰ ਕਹਿਣਾ ਹੁੰਦਾ ਤੇ ਮੈਂ ਵੀ ਝੋਟੇ ਕੁੱਟ ਬੰਦਾ ਹੀ ਆ। ਪਰ ਜਦੋਂ ਅਸੀਂ ਇੰਨੀ ਪੰਥ ਦੀ ਕੋਈ ਗੱਲ ਕਰ ਰਹੇ ਹੋਈਏ ਜਾਂ ਕੋਈ ਅਧਿਆਤਮਿਕਤਾ ਦੀ ਗੱਲ ਕਰ ਰਹੇ ਹੋਈਏ, ਉੱਥੇ ਮੈਨੂੰ ਵੀ ਇਹ ਲੱਗਦਾ ਜਾਂ ਅਸੀਂ ਇਹ ਗੱਲ ਸਿੱਖੀ ਆ ਵੀ ਬੜੀ ਸੂਖਮਤਾ ਨਾਲ ਉੱਥੇ ਸਾਨੂੰ ਉਹਦੇ ਨਾਲ ਡੀਲ ਕਰਨਾ ਚਾਹੀਦਾ। ਇੱਕ ਬਹੁਤ ਹੀ ਸੈਂਸਿਟਿਵ, ਜਿਹਨੂੰ ਸੂਖਮਤਾ ਕਹਿੰਦੇ ਆ, ਉਸ ਤਰੀਕੇ ਨਾਲ ਇਸ ਗੱਲ ਨੂੰ ਨਜਿੱਠਣਾ ਚਾਹੀਦਾ। ਸੋ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮੈਂ ਮੰਨਦਾ ਤੁਹਾਡੇ ਤੇ ਹਮਲਾ ਹੋਇਆ, ਹਮਲਾ ਨਿੰਦਣਯੋਗ ਸੀ। ਇਹ ਗੱਲ ਜਿਹੜੀ ਪੰਥ ਦੀ ਗੱਲ ਹੁੰਦੀ ਆ, ਇਹ ਗੱਲ ਅਧਿਆਤਮਿਕ ਸੂਖਮਤਾ ਨਾਲ ਮੇਰੇ ਖਿਆਲ 'ਚ ਹੈਂਡਲ ਕਰਨੀ ਚਾਹੀਦੀ ਆ ਤੇ ਇਹਦੇ ਤੇ ਸੰਵਾਦ ਹੋਣਾ ਚਾਹੀਦਾ, ਔਰ ਸੰਵਾਦ ਲਈ ਇੱਕ ਮਾਹੌਲ ਬਣਨਾ ਚਾਹੀਦਾ ਜਿਹਦੇ 'ਚ ਭਾਸ਼ਾ ਬੜੀ ਇੰਪੋਰਟੈਂਟ ਆ, ਜਿਹਦੇ 'ਚ ਲੈਂਗੁਏਜ ਆਪਣੀ ਬੜੀ ਇੰਪੋਰਟੈਂਟ ਆ। ਉਹ ਦੋਨਾਂ ਧਿਰਾਂ ਦੀ, ਚਾਹੇ ਉਹ ਤੁਸੀਂ ਹੋ ਚਾਹੇ ਦਮਦਮੀ ਟਕਸਾਲ ਹੋਵੇ, ਇਹ ਦੋਨਾਂ ਧਿਰਾਂ ਦੀ ਭਾਸ਼ਾ ਬੜੀ ਮੈਟਰ ਕਰਦੀ ਆ। ਸੋ ਸੰਵਾਦ ਵੀ ਜਿਹੜਾ ਹੋਣਾ ਚਾਹੀਦਾ ਉਹ ਬੜੇ ਸਹਿਜ ਤਰੀਕੇ ਨਾਲ ਇੱਕ ਦੂਜੇ ਦੀ ਇੱਜ਼ਤ ਨੂੰ ਧਿਆਨ 'ਚ ਰੱਖ ਕੇ ਤੇ ਇੱਕ ਮਰਿਆਦਾ ਨੂੰ, ਜਿਹੜੀ ਸਿੱਖ ਧਰਮ ਦੀ ਮਰਿਆਦਾ, ਉਹਨੂੰ ਸਮਝ ਕੇ ਉਸ ਸੰਵਾਦ ਨੂੰ ਮੇਰੇ ਖਿਆਲ 'ਚ ਹੈਂਡਲ ਕਰਨਾ ਚਾਹੀਦਾ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਜਿਹੜੇ ਇਹ ਸਾਡੇ ਕੋਲੇ ਐਗਜ਼ਾਮਪਲਸ ਆ ਜਾਂ ਜਿਹੜੀਆਂ ਉਦਾਹਰਨਾਂ, ਉਹ ਸਿੱਖ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਹੋ ਜਾਂਦੀਆਂ। ਤੁਸੀਂ ਹਮਲਿਆਂ ਦੀ ਗੱਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸਾਡੇ ਇਤਿਹਾਸ 'ਚੋਂ ਦੇਣੀ ਚਾਹੂੰਗਾ ਵੀ ਹਮਲੇ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਾਡੀ ਇਸ ਵਿਚਾਰਧਾਰਾ ਨੂੰ ਇੱਥੇ ਇਸ ਦੁਨੀਆ 'ਚ ਪ੍ਰਚਾਰਨਾ ਸ਼ੁਰੂ ਕੀਤਾ, ਤਾਂ ਉਦੋਂ ਤੋਂ ਹੀ ਹਮਲੇ ਹੁੰਦੇ ਆਏ ਆ। ਉਹ ਹਮਲੇ ਸ਼ਾਬਦਿਕ ਹਮਲੇ ਵੀ ਰਹੇ ਆ, ਸ਼ਬਦਾਂ ਲਈ ਬਹੁਤ ਹਮਲੇ ਰਹੇ, ਉਹ ਸਰੀਰਕ ਹਮਲੇ ਵੀ ਰਹੇ ਆ। ਤੁਸੀਂ ਇਹ ਦੇਖੋ, ਭਾਈ ਦਾਦੂ ਨੇ श्री गुरु अमरदास जी ते शरीरक हमला किया। अच्छा, फिर उस तो बाद धीर मल्लिया ने
ਨੌਵੇਂ ਪਾਤਸ਼ਾਹ ਤੇ ਗੋਲੀ ਤੱਕ ਚਲਾਤੀ, ਪਰ ਨਾ ਸ਼੍ਰੀ ਗੁਰੂ ਅਮਰਦਾਸ ਜੀ ਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਕੁਛ ਨਹੀਂ ਕਿਹਾ, ਕਿਉਂਕਿ ਗੱਲ ਪੰਥ ਦੀ ਸੀ। ਉਹ ਚੁੱਪ ਕਰ ਗਏ। ਉਹਨਾਂ ਦਾ ਰਿਐਕਸ਼ਨ ਤੁਸੀਂ ਜੇ ਇਤਿਹਾਸ ਨੂੰ ਪੜ੍ਹੋਗੇ ਤਾਂ ਤੁਸੀਂ ਜਾਣੋਗੇ ਵੀ ਜਦੋਂ ਅਧਿਆਤਮਿਕ ਗੱਲ ਆਉਂਦੀ ਆ ਤੇ ਉੱਥੇ ਜਿਹੜਾ ਅਧਿਆਤਮਿਕ ਬੰਦਾ ਹੁੰਦਾ ਜਾਂ ਜਿਹੜਾ ਸਾਡਾ ਲੀਡਰ ਹੁੰਦਾ ਜਾਂ ਹੁਣ ਤੁਸੀਂ ਪ੍ਰਚਾਰਕ ਹੋ ਸਾਡੇ, ਤਾਂ ਉਹ ਉਸ ਅਧਿਆਤਮਿਕ ਸੂਖਮਤਾ ਨੂੰ ਬਹੁਤ ਧਿਆਨ 'ਚ ਰੱਖ ਕੇ ਆਪਦਾ ਰਿਐਕਟ ਕਰਦੇ ਆ। ਇਸੇ ਤਰ੍ਹਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਪੰਥ ਦੇ ਅੰਦਰੋਂ ਬਹੁਤ ਹਮਲੇ ਹੋਏ, ਬਹੁਤ ਲੋਕਾਂ ਨੇ ਉਹਨਾਂ ਨੂੰ ਬੁਰਾ ਭਲਾ ਕਿਹਾ, ਬਹੁਤ ਅਖਬਾਰਾਂ 'ਚ ਟਿੱਪਣੀਆਂ ਦਿੱਤੀਆਂ, ਬਹੁਤ ਬੁਰਾ ਭਲਾ ਕਿਹਾ, ਪਰ ਉਹਨਾਂ ਨੇ ਕਦੇ ਵੀ ਕਿਸੇ ਤੇ ਕੋਈ ਜਿਸਮਾਨੀ ਜਾਂ ਸ਼ਾਬਦਿਕ ਹਮਲਾ ਪੰਥ ਦੇ ਅੰਦਰ ਨਹੀਂ ਕੀਤਾ, ਕਿਉਂਕਿ ਪੰਥ ਦੀ ਇੱਕ ਮਰਿਆਦਾ, ਉਹ ਮਰਿਆਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ, ਉਸ ਫਾਊਂਡੇਸ਼ਨ ਨੇ ਤੈਅ ਕਰਤੀ ਵੀ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਪਾਵਰ ਆ। 10ਵੇਂ ਪਾਤਸ਼ਾਹ ਨੇ 5 ਸਿੰਘਾਂ ਨੂੰ ਆਪਦੇ ਤੋਂ ਵੱਡੀ ਪਾਵਰ ਦੇਤੀ ਵੀ 5 ਸਿੰਘ ਸਹਿਬਾਨ ਗੁਰੂ ਨੂੰ ਵੀ ਓਵਰ ਰੂਲ ਕਰ ਸਕਦੇ ਆ। ਇਹ ਸਾਡੇ ਕੋਲ ਇਤਿਹਾਸ ਪਿਆ, ਅਸੀਂ ਮਿਥਿਹਾਸ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਇਸ ਧਰਤੀ ਦੇ ਹਿੱਕ ਤੇ ਜਿਹੜਾ ਇਤਿਹਾਸ ਲਿਖਿਆ ਉਹਦੀ ਗੱਲ ਕਰ ਰਹੇ ਹਾਂ। ਸੋ ਇਸੇ ਲਈ ਜਦੋਂ ਕੋਈ ਸਿੱਖ ਧਰਮ ਪ੍ਰਚਾਰਕ ਆ, ਤੁਸੀਂ ਅਧਿਆਤਮਿਕਤਾ ਦੀ ਗੱਲ ਕਰਦੇ ਹੋ ਤਾਂ ਅਧਿਆਤਮਿਕਤਾ ਵਾਲਿਆਂ ਦੇ ਜੇਰੇ ਬੜੇ ਵੱਡੇ ਹੁੰਦੇ ਆ, ਆਪਦਿਆਂ ਦੀ ਸੱਟ ਜਰਨ ਦੇ ਜਿਹੜੇ ਜੇਰੇ ਹੁੰਦੇ ਆ ਨਾ ਉਹ ਬਹੁਤ ਵੱਡੇ ਹੁੰਦੇ ਆ। ਸੋ ਉੱਥੇ ਇਹ ਗੱਲ ਨਹੀਂ ਰੱਖੀ ਜਾਂਦੀ ਵੀ ਮੈਂ ਵੱਡਾ ਕਿ ਤੂੰ ਵੱਡਾ, ਇਹ ਗੱਲ ਵੀ ਨਹੀਂ ਰੱਖੀ ਜਾਂਦੀ ਵੀ ਆਪਾਂ ਅਪੱਧਰ ਜਿਹੜੀ ਭਾਸ਼ਾ ਉਹ ਪ੍ਰਯੋਗ ਕਰਨੀ ਸ਼ੁਰੂ ਕਰ ਦਈਏ। ਮੇਰੇ ਖਿਆਲ 'ਚ ਜਿਹੜੇ ਸਪੈਸ਼ਲੀ ਸਾਡੇ ਸਿੱਖ ਧਰਮ ਪ੍ਰਚਾਰਕ ਆ, ਉਹਨਾਂ ਨੂੰ ਅਧਿਆਤਮਿਕਤਾ ਤੇ ਸੂਖਮਤਾ ਦਾ ਬੜਾ ਧਿਆਨ ਰੱਖਣਾ ਚਾਹੀਦਾ। ਉਹਨਾਂ ਦੀ ਭਾਸ਼ਾ ਬੜੀ ਸਰਲ ਹੋਣੀ ਚਾਹੀਦੀ ਆ, ਉਹਨਾਂ ਨੂੰ ਸਲੀਕਾ ਤੇ ਤਰੀਕਾ ਦੋਵੇਂ ਆਉਣੇ ਚਾਹੀਦੇ ਆ। ਇਸੇ ਕਰਕੇ ਮੈਂ ਤੁਹਾਨੂੰ ਆਪਦੀ ਇੱਕ ਅਰਦਾਸ, ਆਪਦੀ ਇੱਕ ਅਰਜ਼ ਕੀਤੀ ਸੀ ਵੀ ਸਾਡੀ ਸਿੱਖ ਧਰਮ ਦੀ ਇੱਕ ਮਰਿਆਦਾ, ਉਹ ਮਰਿਆਦਾ ਇਹ ਕਹਿੰਦੀ ਆ ਵੀ ਜਿਹੜੇ ਪੰਥ ਦੇ ਮਾਮਲੇ ਆ ਉਹ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਜਾਂ ਉੱਥੇ ਜਥੇਦਾਰ ਸਾਹਿਬ ਦੀ ਹਜ਼ੂਰੀ 'ਚ ਹੈਂਡਲ ਕਰਦਾ, ਔਰ ਉਦੋਂ ਬਾਅਦ ਉੱਥੇ ਜਿਹੜਾ ਸਿੱਖ ਕੈਡਰ ਹੁੰਦਾ, ਵਿਦਵਾਨ ਹੁੰਦੇ ਆ, ਕਿਉਂਕਿ ਸਿੱਖਾਂ ਦੀਆਂ ਆਪਦੀਆਂ ਰਵਾਇਤਾਂ, ਸਿੱਖਾਂ ਦੀਆਂ ਆਪਦੀਆਂ ਪਰੰਪਰਾਵਾਂ, ਸਿੱਖਾਂ ਦੀ ਆਪਦੀ ਇੱਕ ਮਰਿਆਦਾ ਤੈਅ ਕੀਤੀ ਹੋਈ ਆ। ਸਿੱਖਾਂ ਕੋਲੇ ਮਸਲੇ ਬਹੁਤ ਰਹੇ ਆ, ਅਸੀਂ ਆਪਸ 'ਚ ਨਹੀਂ ਨਿਖੜ ਸਕਦੇ। ਮਸਲੇ ਸਾਡੇ ਕੋਲੇ ਸਾਡੀ ਆਈਡੈਂਟੀਟੀ, ਡਿਸਟਿੰਕਟ ਆਈਡੈਂਟੀਟੀ ਦਾ ਮਸਲਾ, ਸਾਡੇ ਕੋਲੇ ਸਾਡੀ ਆਜ਼ਾਦੀ ਦਾ ਮਸਲਾ, ਸਾਡੇ ਕੋਲੇ ਜਿਹੜੀ ਹਿੰਦੂਵਾਦ ਇਹ ਕਹਿ ਰਿਹਾ ਵੀ ਸਿੱਖ ਤਾਂ ਹਿੰਦੂ ਧਰਮ ਦਾ ਹੀ ਇੱਕ ਹਿੱਸਾ, ਉਹ ਵਿਚਾਰਧਾਰਾ ਨਾਲ ਨਜਿੱਠਣ ਦਾ ਬਹੁਤ ਵੱਡਾ ਮਸਲਾ, ਕਿਉਂਕਿ ਸਾਡਾ ਇਤਿਹਾਸ ਚੇਂਜ ਕੀਤਾ ਜਾ ਰਿਹਾ, ਸਾਡਾ ਲਿਟਰੇਚਰ ਚੇਂਜ ਕੀਤਾ ਜਾ ਰਿਹਾ, ਸਾਡੇ ਤੇ ਬਹੁਤ ਤਰ੍ਹਾਂ ਦੇ ਹਮਲੇ ਹੋ ਰਹੇ ਆ। ਸੋ ਉਹਨਾਂ ਸਾਰੇ ਹਮਲਿਆਂ ਨੂੰ ਦੇਖਦੇ ਹੋਏ ਜੇ ਅਸੀਂ ਆਪਸ 'ਚ ਹੀ ਲੜਨ ਲੱਗ ਜੇ, ਉਹ ਤਾਂ ਚਾਹੁੰਦੇ ਆ ਵੀ ਆਪਸ 'ਚ ਲੜੀਏ, ਉਹ ਤਾਂ ਚਾਹੁੰਦੇ ਆ ਵੀ ਇਹ ਆਪਸ 'ਚ ਗੰਡਾਸੇ ਚੱਕ ਕੇ ਫਿਰਦੇ ਰਹਿਣ, ਤਾਂ ਫਿਰ ਮੈਨੂੰ ਐਂ ਲੱਗਦਾ ਵੀ ਸਾਡਾ ਸੰਘਰਸ਼ ਤਾਂ ਚੱਲਦਾ ਰਹੂਗਾ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਣਾ, ਅਸੀਂ ਕਿਸੇ ਗੱਲ ਤੇ ਨਹੀਂ ਪਹੁੰਚਣਾ, ਫਾਰਵਰਡ ਨਹੀਂ ਜਾਣਾ। ਸੋ ਇਸ ਕਰਕੇ ਆਪਸ 'ਚ ਲੜਨਾ ਬੜੀ ਚੰਗੀ ਗੱਲ ਨਹੀਂ। ਸਾਨੂੰ ਕਿਸੇ ਗੱਲ ਤੇ ਪਹੁੰਚਣ ਲਈ ਸਾਡੇ ਮਸਲਿਆਂ ਨੂੰ ਪ੍ਰਾਇਰਟਾਈਜ਼ ਕਰਨਾ ਪਊਗਾ ਵੀ ਕਿਹੜੀ ਗੱਲ ਨੂੰ ਫੜ ਕੇ ਪਹਿਲਾਂ ਚੱਲੀਏ, ਬਾਕੀ ਮਸਲੇ ਛੱਡੇ ਜਾਂਦੇ ਹੁੰਦੇ ਆ। ਹੁਣ ਮੈਂ ਬਾਹਲਾ ਇਹਦਾ ਜਾਚਕ ਨਹੀਂ ਆ ਜਾਂ ਇਹਦਾ ਮੈਨੂੰ ਬਾਹਲਾ ਨਹੀਂ ਪਤਾ, ਪਰ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਨਾਲ ਇਹ ਕਰਨੀ ਚਾਹਣਾ ਵੀ ਦਸਮ ਗ੍ਰੰਥ ਆ ਜਾਂ ਸੂਰਜ ਪ੍ਰਕਾਸ਼ ਗ੍ਰੰਥ ਆ, ਇਹ ਮਸਲੇ ਸਾਲਾਂ ਤੋਂ ਸਦੀਆਂ ਤੋਂ ਚੱਲਦੇ ਆ ਰਹੇ ਆ ਤੇ ਗਾਂ ਵੀ ਮੈਨੂੰ ਲੱਗਦਾ ਇਹ ਚੱਲਦੇ ਰਹਿਣਗੇ, ਕਿਉਂਕਿ ਇਹ ਵਿਦਵਾਨ ਸਿੱਖ ਵਿਦਵਾਨ ਹੈਂਡਲ ਕਰਦੇ ਹੁੰਦੇ ਆ। ਵਿਦਵਾਨਾਂ ਨੇ ਇੱਕ ਗੱਲ ਤੈਅ ਕਰ ਲਈ ਸੀ ਵੀ ਇਹ ਮਸਲੇ ਕੋਈ ਗੱਲ ਨਹੀਂ, ਪਰ ਇੱਕ ਗੱਲ ਤਾਂ ਸਾਨੂੰ ਸਾਰੇ ਪੰਥ ਨੂੰ ਮਨਜ਼ੂਰ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸੁਪਰੀਮ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਧਾਨਗੀ ਅਸੀਂ ਸਵੀਕਾਰ ਕਰਦੇ ਹਾਂ ਤੇ ਅਸੀਂ ਉਹਦੇ ਅਧੀਨ ਹੀ ਆਪਦੇ ਆਪ ਨੂੰ ਰੱਖਣਾ, ਤੇ ਇਹ ਕੋਈ ਮਸਲੇ ਐਡੀ ਗੱਲ ਨਹੀਂ ਹੁੰਦੀ, ਇਹ ਛੱਡੇ ਜਾਂਦੇ ਹੁੰਦੇ ਆ। ਸੋ ਇਹਦੇ ਤੇ ਵਿਦਵਾਨਾਂ ਨੂੰ ਆਪਦੀ ਜਿਹੜੀ ਪੜਚੋਲ ਆ ਉਹ ਕਰਨ ਦਿਓ, ਇਹਦੇ ਤੇ ਵਿਦਵਾਨਾਂ ਨੂੰ ਜਿਹੜੀ ਆਪਦੀ ਕੋਈ ਸਮੀਖਿਆ ਕਰਨੀ ਆ ਉਹ ਕਰਨ ਦਿਓ, ਇਹਨਾਂ ਨੂੰ ਇਸ਼ੂ ਨਾ ਬਣਾਓ। ਇਸ ਕਰਕੇ ਜਿਹੜੀ ਟੀਵੀ ਤੇ ਬਹਿਸ ਕਰਨ ਵਾਲੀ ਗੱਲ ਆ ਜਾਂ ਕੈਮਰਿਆਂ ਦੇ ਅੱਗੇ ਬਹਿਸ ਕਰਨ ਵਾਲੀ ਗੱਲ ਆ, ਉਹ ਬੜੀ ਰਾਜਨੀਤਿਕ ਗੱਲ ਆ, ਔਰ ਸਿੱਖ ਧਰਮ
ਦਾ ਸਿਧਾਂਤ ਆ ਜਿਹੜਾ ਉਹ ਆਤਮਿਕ ਜਾਂ ਅਧਿਆਤਮਿਕ ਸਿਧਾਂਤ ਆ, ਉਹ ਧਰਮ ਦਾ ਰਾਹ ਪਹਿਲਾਂ ਦੱਸਦਾ, ਫੇਰ ਰਾਜ ਤੇ ਆਉਂਦਾ। ਕਿਉਂਕਿ ਧਰਮ ਨੇ ਸਾਨੂੰ ਇੱਕ ਚੰਗਾ ਇਨਸਾਨ, ਇੱਕ ਸੰਪੂਰਨ ਇਨਸਾਨ ਬਣਾਉਣਾ ਹੁੰਦਾ। ਧਰਮ ਨੇ ਸਾਨੂੰ ਇਸ ਗੱਲ 'ਚ, ਇਨਸਾਨੀਅਤ 'ਚ ਬਿਲੀਵ ਕਰਨਾ ਸਿਖਾਉਣਾ ਹੁੰਦਾ। ਤਾਂ ਹੀ ਅਸੀਂ ਇੱਕ ਕੋਈ ਚੰਗਾ ਰਾਜ ਜਾਂ ਚੰਗੀ ਇੱਕ ਇੰਸਟੀਟਿਊਟ ਸਵਾਰ ਸਕਦੇ ਹਾਂ। ਕਿਉਂਕਿ ਤੁਸੀਂ ਰਾਸ਼ਟਰਵਾਦ ਵਾਲੇ ਪਾਸੇ ਨਾ ਜਾਓ। ਰਾਸ਼ਟਰਵਾਦ ਰਾਜਨੀਤੀ 'ਚ ਪਹਿਲਾਂ ਵਿਸ਼ਵਾਸ ਕਰਦਾ, ਕਹਿੰਦਾ ਧਰਮਾਂ ਨੂੰ ਤੁਸੀਂ ਆਪਦੇ ਸਿਧਾਂਤਾਂ ਨੂੰ ਛੱਡ ਦਿਓ, ਤੁਸੀਂ ਰਾਸ਼ਟਰਵਾਦ ਵਾਲੇ ਪਾਸੇ ਆਓ। ਨਹੀਂ, ਸਿੱਖ ਇਸੇ ਵਿਚਾਰਧਾਰਾ ਤੇ ਆ ਕੇ ਇਹ ਕਹਿੰਦੇ ਆ ਵੀ ਪਹਿਲਾਂ ਸਾਡਾ ਧਰਮ ਆ, ਕਿਉਂਕਿ ਧਰਮ ਸਾਨੂੰ ਪਹਿਲਾਂ ਇਨਸਾਨੀਅਤ ਸਿਖਾਉਂਦਾ, ਸਾਨੂੰ ਸਾਡਾ ਆਤਮਿਕ ਬਲ ਨੂੰ ਉੱਚਾ ਚੱਕਣਾ ਸਿਖਾਉਂਦਾ। ਜੇ ਇਹ ਚੀਜ਼ਾਂ ਸਾਡੇ 'ਚ ਆਉਂਦੀਆਂ ਤਾਂ ਹੀ ਇੱਕ ਅਸੀਂ ਚੰਗਾ ਰਾਸ਼ਟਰ ਜਾਂ ਚੰਗਾ ਇੱਕ ਇੰਸਟੀਟਿਊਟ ਉਸਾਰ ਸਕਦੇ ਹਾਂ। ਇਹ ਇੱਕ ਸੈਪਰੇਟ ਬਹਿਸ ਆ ਜਿਹੜੀ ਕਰਨ ਲਈ ਬੜੀ ਹੋਰ ਸਟੱਡੀ ਕਰਨੀ ਪੈਂਦੀ ਆ, ਜਾਂ ਹੋਰ ਸਟੱਡੀ ਹੋਣੀ ਚਾਹੀਦੀ ਆ, ਜਾਂ ਇਤਿਹਾਸ ਨੂੰ ਸਮਝਣਾ ਪੈਂਦਾ। ਜਾਂ ਤੁਸੀਂ ਇਹ ਦੇਖੋ ਵੀ ਇੱਕ ਹੋਰ ਬਹੁਤ ਵੱਡਾ ਮਸਲਾ ਸਾਡੇ 'ਚ ਜਿਹੜਾ ਅਸੀਂ ਨਜਿੱਠ ਰਹੇ ਹਾਂ ਜਾਂ ਨਜਿੱਠਣਾ, ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੀਰੀ ਤੇ ਪੀਰੀ ਦੀ ਗੱਲ ਕੀਤੀ, ਉਦੋਂ ਦੋ ਨਿਸ਼ਾਨ ਸਾਹਿਬ ਮਿਥੇ ਗਏ, ਇੱਕ ਮੀਰੀ ਦਾ, ਇੱਕ ਪੀਰੀ ਦਾ। ਪਰ ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਸੀ ਉਹ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਥੋੜਾ ਜਿਹਾ ਛੋਟਾ ਸੀ। ਸੋ ਇਸ ਕਰਕੇ ਸਿੰਬਲਾਈਜ਼ ਕੀਤੀ ਸੀ ਗੱਲ ਵੀ ਪੀਰੀ ਵੱਡੀ ਆ ਤੇ ਮੀਰੀ ਉਦੋਂ ਛੋਟੀ ਆ। ਜਿਹੜਾ ਧਰਮ ਆ, ਜਿਹੜੀ ਅਧਿਆਤਮਿਕਤਾ ਉਹ ਵੱਡੀ ਆ ਤੇ ਰਾਜਨੀਤੀ ਇਹ ਤੋਂ ਛੋਟੀ ਆ। ਸੋ ਸਾਡਾ ਸਿਧਾਂਤ ਉਹ ਆ। ਇਸ ਕਰਕੇ ਜਦੋਂ ਤੁਸੀਂ ਪਬਲਿਕ ਪਲੇਟਫਾਰਮ ਤੇ ਬਹਿਸ ਦੀ ਗੱਲ ਕਰਦੇ ਹੋ ਤਾਂ ਸਿੱਖ ਮਰਿਆਦਾ ਦੀ ਉਲੰਘਣਾ ਹੁੰਦੀ ਆ। ਤੁਹਾਨੂੰ ਇਹ ਪਤਾ ਵੀ ਕਦੇ ਵੀ ਕੋਈ ਜਥੇਦਾਰ ਸਾਹਿਬਾਨ ਉਹਨਾਂ ਨੇ ਇਸ ਗੱਲ ਲਈ ਹਾਮੀ ਨਹੀਂ ਭਰਨੀ, ਕਿਉਂਕਿ ਉਹ ਸਿੱਖ ਮਰਿਆਦਾ ਨਹੀਂ ਆ, ਸਿੱਖ ਸਿਧਾਂਤ ਨਹੀਂ ਆ। ਸੋ ਜਦੋਂ ਤੁਸੀਂ ਇਸ ਗੱਲ ਦੀ ਆਪ ਵੀ ਗੱਲ ਕਰ ਰਹੇ ਹੋ, ਤੁਸੀਂ ਆਪ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਹਿਬ ਜਿਹੜੇ ਆਪਣੇ ਆਪਣਾ ਸਿੱਖ ਧਰਮ ਦੇ ਪ੍ਰਚਾਰਕ ਹੋ, ਤਾਂ ਤੁਹਾਨੂੰ ਵੀ ਇਸ ਗੱਲ ਦਾ ਬੜਾ ਗਿਆਨ ਆ ਵੀ ਸਿੱਖ ਮਰਿਆਦਾ ਕੀ ਆ। ਸੋ ਜਿਹੜੀ ਚੀਜ਼ ਸਿੱਖ ਮਰਿਆਦਾ ਦੇ ਅਕੋਰਡਿੰਗਲੀ ਨਹੀਂ ਕਰ ਰਹੇ ਆਪਾਂ, ਜਿਹੜੀ ਚੀਜ਼ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਾਂ ਕਰ ਰਹੇ ਹਾਂ, ਸੋ ਉਹ ਮੇਰੇ ਖਿਆਲ 'ਚ ਉਸ ਮਰਿਆਦਾ ਦੀ ਉਲੰਘਣਾ ਹੋਊਗੀ। ਸੋ ਇਸ ਕਰਕੇ ਕੋਈ ਵੀ ਜਥੇਦਾਰ ਸਾਹਿਬਾਨ ਉਹ ਸੰਵਾਦ ਲਈ ਤਿਆਰ ਨਹੀਂ ਹੋ ਰਹੇ। ਸੰਵਾਦ ਆਪਸ 'ਚ ਬੈਠ ਕੇ ਆਪਦਿਆਂ ਦੇ ਨਾਲ ਕੀਤਾ ਜਾਂਦਾ ਹੁੰਦਾ, ਔਰ ਉਸ ਸੰਵਾਦ ਲਈ ਇੱਕ ਮਾਹੌਲ ਬਣਾਉਣਾ ਪੈਂਦਾ। ਉਹ ਮਾਹੌਲ ਬਹੁਤ ਹੀ ਪੋਜ਼ਿਟਿਵ ਤੇ ਬਹੁਤ ਹੀ ਰਿਸਪੈਕਟਫੁਲ ਹੋਣਾ ਚਾਹੀਦਾ, ਔਰ ਤੁਹਾਨੂੰ ਉਹ ਮਿਲੂਗਾ। ਕਿਉਂਕਿ ਜੇ ਤੁਸੀਂ ਸੱਚੇ ਆ ਤਾਂ ਸੱਚ ਨੂੰ ਨਹੀਂ ਦਬਾਇਆ ਜਾ ਸਕਦਾ। ਸੱਚ ਨੂੰ ਕੋਈ ਵੀ ਨਹੀਂ ਦਬਾ ਸਕਦਾ, ਬਾਹਲੀ ਦੇਰ ਨਹੀਂ ਦਬਾ ਸਕਦੇ, ਥੋੜੇ ਟਾਈਮ ਲਈ ਹੋ ਸਕਦਾ ਦਬਾ ਸਕਦੇ ਹੁਣ, ਪਰ ਸੱਚ ਨੇ ਤਾਂ ਬਾਹਰ ਆਉਣਾ ਹੀ ਆਉਣਾ। ਸੋ ਇਸ ਲਈ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਿੱਖਾਂ 'ਚ ਜਾਂ ਆਪਦੇ ਪੰਥ 'ਚ, ਜਿਹੜਾ ਪੰਥ ਦੀ ਆਪਾਂ ਗੱਲ ਕਰਦੇ ਆ, ਪੰਥ ਦੀ ਡੈਫੀਨੇਸ਼ਨ ਵੀ ਨਹੀਂ ਲੋਕਾਂ ਨੂੰ ਪਤਾ। ਇਹ ਮੈਨੂੰ ਪੁੱਛਦੇ ਆ ਬਾਈ ਤੂੰ ਪੰਥ ਕਿਹਨੂੰ ਕਹਿਣਾ? ਪੰਥ ਕੋਈ ਇੱਕ ਬੰਦੇ ਨਾਲ ਪੰਥ ਨਹੀਂ ਹੁੰਦਾ। ਇਹ ਇੰਸਟੀਟਿਊਟ ਜਿਹੜਾ ਸਿੱਖੀਜ਼ਮ ਦਾ, ਇਹ ਸਾਰਾ ਪੰਥ ਆ। ਇਹ ਇੱਕ ਬੰਦਾ ਬਾਈ ਚਾਂਸ ਕੋਈ ਗਲਤ ਆ ਜੇ ਤਾਂ ਉਸ ਲਈ ਉਹ ਇੰਸਟੀਟਿਊਟ ਗਲਤ ਨਹੀਂ ਹੋ ਸਕਦਾ। ਉਵੇਂ ਹੀ ਜਿਵੇਂ ਕੋਈ ਕਾਲਜ ਜਾਂ ਸਟੂਡੈਂਟ ਕਾਲਜ 'ਚ ਕੋਈ ਪ੍ਰਿੰਸੀਪਲ ਗਲਤ ਆ ਜੇ ਤਾਂ ਉਹ ਸਾਰਾ ਕਾਲਜ ਜਾਂ ਉੱਥੋਂ ਦੇ ਟੀਚਰ ਗਲਤ ਨਹੀਂ ਹੋ ਜਾਂਦੇ ਹੁੰਦੇ, ਜਾਂ ਉੱਥੋਂ ਤੁਸੀਂ ਆਪਦਾ ਜਵਾਕ ਹਟਾ ਨਹੀਂ ਲੈਂਦੇ ਪੜ੍ਹਾਉਣ ਵਾਸਤੇ। ਸੋ ਇਸ ਕਰਕੇ ਉਹ ਥੋੜ੍ਹੀ ਦੇਰ ਲਈ ਤਾਂ ਪ੍ਰਭਾਵ ਹੋ ਸਕਦਾ ਇਸ ਗੱਲ ਦਾ ਵੀ ਉਹ ਬੰਦਾ ਕੋਈ ਗਲਤ ਆ ਗਿਆ, ਮੰਨ ਲਓ, ਪਰ ਲੰਬੀ ਦੇਰ ਜਾਂ ਲੰਬਾ ਸਮਾਂ ਜਾਂ ਲੰਮੀ ਜਿਹੜੀ ਗੱਲ ਆ ਉਹ ਨਹੀਂ ਚੱਲ ਸਕਦੀ ਹੁੰਦੀ। ਇਸ ਕਰਕੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਪਲੀਜ਼ ਉੱਥੇ ਜਾਓ, ਨਤਮਸਤਕ ਹੋ, ਸ਼੍ਰੀ ਗੁਰੂ ਰਾਮਦਾਸ ਜੀ ਦੇ ਨਤਮਸਤਕ ਹੋ, ਉਹਨਾਂ ਨੂੰ ਅਰਦਾਸ ਕਰੋ ਤੇ ਪੰਥ ਦੇ ਮਸਲੇ ਆਪਸ 'ਚ ਬੈਠ ਕੇ ਪੰਥ ਦੇ ਵਿਦਵਾਨ ਸਿੱਖ ਕੈਡਰ ਉਹਨਾਂ ਨੂੰ ਡੀਲ ਕਰਨੀ ਚਾਹੀਦੀ ਆ, ਉਹ ਨਜਿੱਠਣ। ਮੈਂ ਤੁਹਾਡੇ ਤੱਕ ਗੱਲ ਇਸ ਕਰਕੇ ਪਹੁੰਚਾਈ ਸੀ ਕਿਉਂਕਿ ਸਿੱਖ ਪੰਥ ਦਾ ਮਾਮਲਾ ਤੇ ਪੰਥ ਨੂੰ ਜਦੋਂ ਅਸੀਂ ਵੱਖ-ਵੱਖ ਵਖਰੇਵਾਂ ਦੇਖਦੇ ਹਾਂ, ਵਖਰੇਵੇਂ ਹੁੰਦੇ ਆ ਪੰਥ 'ਚ, ਪਰ ਜਦੋਂ ਇੱਕ ਦੂਜੇ ਦੀ ਭਾਸ਼ਾ ਇੰਨੀ ਜ਼ਿਆਦਾ ਗਲਤ ਹੋ ਜੇ, ਭੱਦਰ ਹੋ ਜੇ, ਤੇ ਉੱਥੇ ਇਹ ਗੱਲ ਆ ਜੇ ਵੀ ਗਾਲਾਂ ਤੇ ਗੱਲ ਆ ਜੇ ਤੇ ਗੰਡਾਸੇ ਚੱਕੀ ਫਿਰ ਗਏ, ਫਿਰ ਇਹੀ ਗੱਲ ਤਾਂ ਉਹ ਲੋਕ ਚਾਹੁੰਦੇ ਆ ਜਿਹੜੀ ਗੱਲ ਅੱਜ ਕੱਲ੍ਹ ਦੇ ਜਾਂ ਸਾਡੇ ਸਿੱਖ ਲੀਡਰਸ਼ਿਪ, ਪੋਲੀਟੀਕਲ ਲੀਡਰਸ਼ਿਪ ਆ, ਉਹਨਾਂ ਨੇ ਉਹਨਾਂ ਬੰਦਿਆਂ ਨੂੰ ਸਹਾਇਤਾ ਦੇ ਇਸ ਗੱਲ 'ਚ ਕੀਤੀ ਆ। ਕਿਉਂਕਿ ਸਾਡੀ
ਪੋਲੀਟੀਕਲ ਪ੍ਰੈਜ਼ੈਂਟ ਪੋਲੀਟੀਕਲ ਲੀਡਰਸ਼ਿਪ ਦਿੱਲੀ ਵਾਲਿਆਂ ਕੋਲੇ ਜਾਂਦੀ ਆ, ਉੱਥੇ ਕੌਮ ਨੂੰ ਗਹਿਣੇ ਰੱਖਿਆ ਆਉਂਦੀ ਆ, ਉੱਥੋਂ 2-4 ਕੁਰਸੀਆਂ ਚੱਕ ਲਿਆਉਂਦੀ ਆ, ਤੇ ਉਹ ਸਾਲਾਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ। ਔਰ ਦਿੱਲੀ ਨੂੰ ਤੁਸੀਂ ਇੱਕ ਗੱਲ ਬੜੀ ਜ਼ਰੂਰੀ ਆ, ਬਹੁਤ ਜ਼ਰੂਰੀ ਆ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਯਤਨ ਕਰਿਓ। ਜਦੋਂ ਮੁਸਲਮਾਨਾਂ ਦੇ ਹਮਲੇ ਹੋਏ ਆ, ਉਹ ਫਿਜ਼ੀਕਲ ਹਮਲੇ ਕਰਦੇ ਹੁੰਦੇ ਸੀ, ਤੁਹਾਨੂੰ ਐਲੀਮੀਨੇਟ ਕਰਦੇ ਹੁੰਦੇ ਸੀ, ਪਰ ਉਸ ਤੋਂ ਬਾਅਦ ਮੁਸਲਮਾਨਾਂ ਤੋਂ ਬਾਅਦ ਖਾਲਸਾ ਰਾਜ ਆਇਆ। ਖਾਲਸਾ ਰਾਜ 'ਚ ਕਿਸੇ ਨੂੰ ਐਲੀਮੀਨੇਟ ਨਹੀਂ ਕੀਤਾ ਗਿਆ, ਹਰ ਧਰਮ ਨੇ, ਹਰ ਵਰਗ ਨੇ, ਹਾਲਾਂਕਿ ਸਿੱਖ ਮਾਈਨੋਰਿਟੀ ਸੀ ਉਦੋਂ, ਆਪਦਾ ਜੋ ਜਿਵੇਂ ਧਰਮ ਮੰਨਣਾ ਸੀ ਉਹਨਾਂ ਨੇ ਮੰਨੇ ਆ, ਉਹਨਾਂ ਨੇ ਪੂਜੇ ਆ, ਕਿਸੇ ਨੂੰ ਫੋਰਸਫੁਲੀ ਕਨਵਰਟ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਸਿੱਖਾਂ ਤੋਂ ਬਾਅਦ, ਸਿੱਖ ਖਾਲਸਾ ਸਰਕਾਰ ਤੋਂ ਬਾਅਦ ਬ੍ਰਿਟਿਸ਼ ਰਾਜ ਆਇਆ। ਬ੍ਰਿਟਿਸ਼ ਰਾਜ ਨੇ ਇੱਕ ਚੀਜ਼ ਜਿਹੜੀ ਕਿ ਮੁਸਲਮਾਨਾਂ ਨੂੰ ਵੀ ਪਤਾ ਸੀ ਔਰ ਇਹਨਾਂ ਨੇ ਵੀ ਸਮਝ ਲਈ ਵੀ ਜੇ ਇਹ ਇਕੱਠੇ ਹੋ ਗਏ ਫਿਰ ਇਹ ਕਿਸੇ ਤੋਂ ਰੁਕਦੇ ਨਹੀਂ ਰੁਕਣੇ, ਕਿਉਂਕਿ ਇਹਨਾਂ 'ਚ ਜਿਹੜੀ ਚੇਤਨਾ ਹੁੰਦੀ ਆ ਨਾ, ਉਹ ਜਾਂ ਇਹਨਾਂ 'ਚ ਜਿਹੜੀ ਆਤਮਿਕ ਬਲ ਹੁੰਦਾ, ਉਹ ਇਹਨਾਂ ਨੂੰ ਗੁਰੂ ਤੋਂ ਮਿਲਦਾ, ਤੇ ਉਹਦਾ ਸੋਮਾ, ਸਾਡਾ ਜਿਹੜਾ ਆਤਮਿਕ ਬਲ ਦਾ ਸੋਮਾ, ਉਹ ਸ਼੍ਰੀ ਗੁਰੂ ਉਹ ਆਪਣਾ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਹਰਮੰਦਰ ਸਾਹਿਬ ਆ। ਔਰ ਜਦੋਂ ਇਸੇ ਕਰਕੇ 18ਵੀਂ ਸਦੀ 'ਚ ਮੁਗਲਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ। ਹੁਣ ਅੰਗਰੇਜ਼ਾਂ ਦੇ ਅਟੈਕ ਕਰਨ ਦਾ ਕੀ ਢੰਗ ਸੀ? ਅੰਗਰੇਜ਼ਾਂ ਨੇ ਸਾਰੇ ਦੇਸ਼ 'ਚ ਬਾਕੀ ਸਾਰੇ ਧਰਮਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਖੁੱਲ੍ਹ ਦਿੱਤੀ ਵੀ ਤੁਸੀਂ ਆਪਦਾ ਧਰਮ ਮੰਨ ਸਕਦੇ ਹੋ, ਆਪਦੇ ਮੰਦਰ, ਆਪਦੀਆਂ ਮਸਜਿਦਾਂ ਤੁਸੀਂ ਆਪਦੇ ਹਿਸਾਬ ਨਾਲ ਚਲਾ ਸਕਦੇ ਹੋ। ਪਰ ਜਦੋਂ ਸਿੱਖਾਂ ਤੇ ਗੱਲ ਆਈ, ਉਹਨਾਂ ਨੇ ਗੁਰਦੁਆਰਿਆਂ ਦਾ ਕੰਟਰੋਲ ਧੱਕੇ ਨਾਲ ਆਪਦੇ ਹੱਥ 'ਚ ਲਿਆ। ਪਹਿਲਾਂ ਮਹੰਤ ਹੁੰਦੇ ਸੀ, ਮਹੰਤ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੇ ਸੀ, ਤਾਂ ਉਹ ਗੁਰਦੁਆਰੇ ਸਾਹਿਬਾਨ ਜਿਹੜੇ ਆਪਣੇ ਗੁਰਦੁਆਰੇ ਸਾਹਿਬ ਸਾਰੇ ਸੀ, ਉੱਥੇ ਮਹੰਤਾਂ ਨੂੰ ਕੱਢਣ ਵਾਸਤੇ ਜਦੋਂ ਸਿੰਘ ਸਭਾ ਲਹਿਰ ਤੋਂ ਬਾਅਦ ਉਹ ਚੇਤਨਾ ਜਾਗੀ, ਉੱਥੇ ਬ੍ਰਿਟਿਸ਼ ਗਵਰਨਮੈਂਟ ਨੇ ਮਹੰਤਾਂ ਦੇ ਨਾਲ ਜਾ ਕੇ ਖੜੇ ਹੋਏ, ਤੇ ਜਦੋਂ ਗੁਰਦੁਆਰੇ ਸਾਹਿਬ ਆਪਣੇ ਸਾਰੇ ਜਿਹੜੇ ਆ ਉਹਦਾ ਕੰਟਰੋਲ ਬ੍ਰਿਟਿਸ਼ ਗਵਰਨਮੈਂਟ ਨੇ ਆਪਦੇ ਹੱਥ 'ਚ ਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਸਿੱਖਾਂ ਨੂੰ ਗੁਰਦੁਆਰਿਆਂ ਦਾ ਕੰਟਰੋਲ ਦੇਤਾ, ਜੇ ਇਹ ਇਕੱਠੇ ਹੋ ਗਏ ਤਾਂ ਇਹਨਾਂ ਨੇ ਆਪਦੇ ਸੋਵਰਨ ਹੋਣ ਦੀ ਗੱਲ ਕਰਨੀ ਹੈ, ਇਹਨਾਂ 'ਚ ਚੇਤਨਾ ਆਉਣੀ ਹੈ, ਇਹਨਾਂ 'ਚ ਫਰੀडम ਦੀ ਗੱਲ ਆਉਣੀ ਹੈ, ਇਹਨਾਂ 'ਚ ਡਿਸਟਿੰਕਟ ਆਈਡੈਂਟੀਟੀ ਦੀ ਗੱਲ ਆਉਣੀ ਹੈ, ਤਾਂ ਇਕੱਠੇ ਹੀ ਨਹੀਂ ਹੋਣ ਦਿੱਤਾ। ਇਹੀ ਗੱਲ ਅਗਲੀ ਹਕੂਮਤ ਜਿਹੜੀ ਆਪਾਂ ਕਹਿੰਦੇ ਆ ਵੀ ਹਿੰਦੁਸਤਾਨ ਜਾਂ ਸਟੇਟ ਆਫ ਇੰਡੀਆ ਦੀ ਹਕੂਮਤ, ਕੋਈ ਵੀ ਇਹ ਪੋਲੀਟੀਕਲ ਫਰੰਟ ਆ, ਜਿਹੜੇ ਆਪਾਂ ਕਹਿ ਦਿੰਦੇ ਆ ਬੀਜੇਪੀ ਆ ਜਾਂ ਕਾਂਗਰਸ ਆ, ਹੈ ਸਾਰੇ ਇੱਕੋ ਹੀ, ਇਹਨਾਂ ਦੀ ਵਿਚਾਰਧਾਰਾ ਵੀ ਇੱਕੋ ਹੀ ਆ। ਸੋ ਉਹਨਾਂ ਨੇ ਵੀ ਇਹ ਗੱਲ ਸਮਝੀ, ਉਹਨਾਂ ਨੇ ਹੁਣ ਵੀ ਗੁਰਦੁਆਰਾ ਜਿਹੜੇ ਆਪਣੇ ਸਾਰੇ ਗੁਰਦੁਆਰੇ ਸੀ ਉਹਨਾਂ ਤੇ ਕੰਟਰੋਲ ਕਰਨਾ ਸੀ। ਉਹ ਕੰਟਰੋਲ ਕੀਤਾ ਗਿਆ ਸਾਡੇ ਹੀ ਕੌਮ ਦੇ ਬੰਦਿਆਂ ਦੇ ਥਰੂ, ਕਿਉਂਕਿ ਸਿੱਧਾ ਆ ਕੇ ਤਾਂ ਉਹ ਕੰਟਰੋਲ ਕਰ ਨਹੀਂ ਸਕਦੇ ਸੀ, ਤੇ ਇਸ ਕਰਕੇ ਅੱਜ ਤੱਕ ਅਸੀਂ ਇਸ ਚੀਜ਼ ਨਾਲ ਵੀ ਲੜ ਰਹੇ ਹਾਂ, ਕਿਉਂਕਿ ਅੱਜ ਦੇ ਟਾਈਮ 'ਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸਾਡਾ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਸੀ ਉਹ ਉਲਟਾ ਕਰਤਾ ਇਹਨਾਂ ਨੇ ਮੀਰੀ ਉੱਤੇ ਕਰਤੀ ਤੇ ਪੀਰੀ ਥੱਲੇ ਕਰਤੀ, ਤੇ ਉਹਦੇ 'ਚ ਸਾਡੀ ਸਿੱਖ ਲੀਡਰਸ਼ਿਪ ਨੇ ਬਹੁਤ ਵੱਡੀ ਹਮਾਇਤ ਕੀਤੀ। ਸੋ ਪੰਥ ਕੋਲੇ ਤੁਸੀਂ ਸੋਚੋ ਕਿੰਨੇ ਮਸਲੇ ਆ ਇਸ ਟਾਈਮ ਜਿਹੜੇ ਨਜਿੱਠੇ ਜਾਣੇ ਚਾਹੀਦੇ ਆ। ਇਸ ਕਰਕੇ ਮੇਰੀ ਅਰਦਾਸ ਆ, ਇਸ ਪੰਥ ਨੂੰ, ਇਸ ਕੌਮ ਨੂੰ ਆਪਸ 'ਚ ਨਾ ਵੰਡੋ, ਇਕੱਠੇ ਹੋ, ਬਹੁਤ ਜ਼ਰੂਰੀ ਆ। ਬੜੀਆਂ ਲੜਾਈਆਂ ਲੜਨੀਆਂ ਬਾਕੀ ਆ, ਬੜੇ ਸਾਡੇ ਕੋਲੇ ਮਸਲੇ ਉਹਨਾਂ ਨਾਲ ਨਜਿੱਠਣਾ ਬਾਕੀ ਆ, ਤੇ ਇਸ ਗੱਲ ਦੀ ਜਿਹੜੀ ਜਾਂ ਕੋਈ ਪੜਚੋਲ ਵੀ ਕਰਨੀ ਆ, ਤੁਹਾਨੂੰ ਹੱਕ ਆ ਕਿਸੇ ਗੱਲ ਦਾ ਪੜਚੋਲ ਕਰਨ ਦਾ, ਉਹਦੇ ਤੇ ਟਿੱਪਣੀ ਕਰਨ ਦਾ, ਉਹਦਾ ਇੱਕ ਤਰੀਕਾ ਤੇ ਸਲੀਕਾ ਹੋਣਾ ਚਾਹੀਦਾ। ਉਹਦੇ 'ਚ ਜਿਹੜੀ ਅਧਿਆਤਮਿਕ ਸੂਖਮਤਾ ਉਹਦਾ ਧਿਆਨ ਰੱਖਿਆ ਜਾਣਾ ਚਾਹੀਦਾ, ਕੋਈ ਵੀ ਧਿਰ ਹੋਵੇ। ਕਿਉਂਕਿ ਜਦੋਂ ਜਥੇਬੰਦੀਆਂ ਦੀ ਗੱਲ ਕਰਦੇ ਆ ਜਾਂ ਸਿੱਖ ਜਥੇਬੰਦੀਆਂ ਦੀ ਗੱਲ ਕਰਦੇ ਆ, ਤਾਂ ਪਹਿਲੀ ਗੱਲ ਧਰਮ ਆ, ਉਸ ਤੋਂ ਬਾਅਦ ਰਾਜਨੀਤੀ ਆ। ਆਪਦੀਆਂ ਤੁਸੀਂ ਪੋਜੀਸ਼ਨਸ ਦਾ ਖਿਆਲ ਨਾ ਕਰੋ, ਆਪਦੀਆਂ ਕੁਰਸੀਆਂ ਦਾ ਖਿਆਲ ਨਾ ਕਰੋ, ਪਹਿਲਾ ਪੰਥ ਆ, ਫਿਰ ਤੁਹਾਡਾ ਰਾਜਨੀਤਿਕ ਜਿਹੜਾ ਪੱਖ ਆ, ਉਸ ਗੱਲ ਤੇ ਅਸੀਂ ਆ ਸਕਦੇ ਹਾਂ। ਸੋ ਇਸ ਲਈ ਮੇਰੀ ਅਰਦਾਸ ਆ, ਮੈਂ ਕਿਸੇ ਨੂੰ ਕੋਈ ਵੀ ਇਹ ਗੱਲ ਕਿਸੇ ਵੀ ਇਸ ਜਜ਼ਬੇ 'ਚ ਨਹੀਂ ਕਹੀ ਸੀ ਵੀ ਮੈਂ ਤੁਹਾਡੀ ਕਿਸੇ ਲੈਵਲ ਤੇ ਜਾ ਕੇ ਨਿੰਦਿਆ ਕਰਨਾ ਚਾਹੁੰਦਾ ਹੋਵਾਂ ਜਾਂ ਮੈਂ ਤੁਹਾਡੀ ਬੇਇੱਜ਼ਤੀ ਕਰਨਾ ਚਾਹੁੰਦਾ ਹੋਵਾਂ। ਆਈ ਐਮ ਸੌਰੀ ਫॉर ਦਿਸ ਵਰਡ। ਇਹ ਮੇਰੀ ਜਮਾਂ ਹੀ ਕੋਈ ਭਾਵਨਾ ਨਹੀਂ ਆ। ਮੈਂ ਤੁਹਾਨੂੰ ਬੜਾ ਸਤਿਕਾਰਯੋਗ ਮੰਨਦਾ। ਮੈਂ ਹਰ ਸਿੱਖ ਪ੍ਰਚਾਰਕ ਨੂੰ, ਸਾਡੇ ਹਰ ਸਿੱਖ ਵਿਦਵਾਨ ਨੂੰ ਬੜਾ ਸਤਿਕਾਰਯੋਗ ਮੰਨਦਾ। ਸਾਡਾ ਧਰਮ ਇੱਕ ਨਿਆਰਾ ਧਰਮ ਆ, ਸਾਡੇ 'ਚ ਨਿਆਰਾਪਣ ਆ। ਅਸੀਂ ਸਰਬ ਦੇ ਭਲੇ ਦੀ ਅਰਦਾਸ ਕਰਦੇ ਹਾਂ
ਤੇ ਜਦੋਂ ਅਸੀਂ ਕਿਸੇ ਵੀ ਵਿਦਿਆ ਦੀ ਗੱਲ ਕਰਦੇ ਹਾਂ, ਜਾਂ ਬਾਬੇ ਨਾਨਕ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅਸੀਂ ਤਾਂ ਪਰਉਪਕਾਰ ਦੀ ਗੱਲ ਕਰਦੇ ਹਾਂ, ਤੇ ਸਾਡੇ ਨਾਲ ਧੱਕਾ ਨਾ ਕਰੋ। ਕਿਉਂਕਿ ਪ੍ਰੋਬਲਮ ਇੱਕ ਹੋਰ ਆ, ਇਹ ਸਾਰੀਆਂ ਗੱਲਾਂ ਤੇ ਨਾ ਬੜੀ ਸਟੱਡੀ ਦੀ ਜ਼ਰੂਰਤ ਆ, ਸਟੱਡੀ ਕਰਨੀ ਚਾਹੀਦੀ ਆ। ਮੈਂ ਵੀ ਸਿੱਖ ਰਿਹਾ, ਆਪਾਂ ਸਾਰਿਆਂ ਨੂੰ ਸਿੱਖਣੀਆਂ ਚਾਹੀਦੀਆਂ। ਸਾਡੀ ਜਿਹੜੀ ਲੜਾਈ ਆ ਉਹ ਪੋਲੀਟੀਕਲ ਫਰੰਟ ਤੋਂ ਸ਼ੁਰੂ ਹੁੰਦੀ ਆ। ਸਾਡੇ ਕੋਲੇ ਪੋਲੀਟੀਕਲੀ ਸਾਡੇ ਨਾਲ ਧੱਕਾ ਹੋ ਰਿਹਾ ਹੁੰਦਾ, ਕਿਤੇ ਵਿਤਕਰਾ ਹੋ ਰਿਹਾ ਹੁੰਦਾ। ਉਸ ਪੋਲੀਟੀਕਲੀ ਵਿਤਕਰੇ ਦੇ ਅਗੇਂਸਟ ਅਸੀਂ ਆਵਾਜ਼ ਚੱਕਦੇ ਹਾਂ, ਤੇ ਆਵਾਜ਼ ਜਦੋਂ ਅਸੀਂ ਆਪਦੀ ਬੁਲੰਦ ਕਰਦੇ ਹਾਂ, ਉਸ ਵੇਲੇ ਸਾਡੇ ਤੇ ਜ਼ੁਲਮ ਹੁੰਦਾ, ਸਾਡੀ ਕਤਲੋਗਾਰਤ ਤੱਕ ਗੱਲ ਆ ਜਾਂਦੀ ਆ, ਜਿਹੜਾ ਕਿ ਅਸੀਂ 84 ਚ ਦੇਖਿਆ। ਤੁਸੀਂ ਇਹ ਜੂਨ 84 ਚ, ਫਿਰ ਉਦੋਂ ਬਾਅਦ ਨਵੰਬਰ ਚ ਵੀ ਅਸੀਂ ਪੋਲੀਟੀਕਲੀ ਹੀ ਗੱਲ ਉਠਾਈ ਸੀ ਨਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਪਰ ਉਸ ਗੱਲ ਨੂੰ ਕੋਈ ਹੋਰ ਰੂਪ ਦੇ ਦਿੱਤਾ ਗਿਆ ਸਟੇਟ ਨੇ। ਉਹਨੂੰ ਧਾਰਮਿਕ ਵੀ ਬਣਾਤਾ, ਉਹਨੂੰ ਫਿਰਕਾ ਪ੍ਰਸਤੀ ਵੀ ਦੀ ਭਾਵਨਾ ਘੜਤੀ, ਉਹਨੂੰ ਇਹ ਕਹਿਤਾ ਵੀ ਇਹ ਤਾਂ ਅੱਤਵਾਦੀ ਆ, ਪਰ ਉਹ ਗੱਲ ਪੋਲੀਟੀਕਲ ਸੀ। ਫਿਰ ਸਾਡੀ ਕਤਲੋਗਾਰਤ ਹੋਈ, ਫਿਰ ਅਸੀਂ ਉਸ ਕਤਲੋਗਾਰਤ ਦੇ ਇਨਸਾਫ ਵਾਸਤੇ, ਉਹਦੀ ਜਸਟਿਸ ਵਾਸਤੇ ਲੜਨਾ ਸ਼ੁਰੂ ਕਰ ਦਿੰਦੇ ਆ। ਔਰ ਉਹਦੀ ਜਸਟਿਸ ਵਾਸਤੇ ਲੜਦੇ ਲੜਦੇ ਅਸੀਂ ਇਹ ਭੁੱਲ ਜਾਂਦੇ ਆ ਵੀ ਗੱਲ ਅਸਲ ਕੀ ਸੀ, ਅਸਲ ਮੁੱਦਾ ਕੀ ਸੀ। ਉਹ ਪੋਲੀਟੀਕਲ ਜਿਹੜੀ ਅਸੀਂ ਇਨਜਸਟਿਸ ਖਿਲਾਫ ਆਵਾਜ਼ ਉਠਾਈ ਸੀ, ਉਹ ਤਾਂ ਪਿੱਛੇ ਹੀ ਰਹਿ ਜਾਂਦੀ ਆ। ਔਰ ਇਹ ਵਾਰ-ਵਾਰ ਸਾਡੇ ਨਾਲ ਇਹੀ ਗੱਲ ਹੋ ਰਹੀ ਆ। ਜੇ ਅਸੀਂ ਹਜੇ ਵੀ ਗੱਲ ਨਾ ਸਮਝਾਂਗੇ ਤਾਂ ਸਾਡੇ ਨਾਲ ਆਈ ਹੁੰਦਾ ਰਹੂਗਾ। ਸੋ ਇਸ ਕਰਕੇ ਮੈਂ ਕੋਈ ਵੀ ਗੱਲ ਇਹ ਨਹੀਂ ਕਰ ਰਿਹਾ ਵੀ ਫਿਰਕਾ ਪ੍ਰਸਤੀ ਦੀ ਗੱਲ ਕੀਤੀ ਜਾਵੇ, ਮੈਂ ਇਹ ਵੀ ਗੱਲ ਨਹੀਂ ਕਰ ਰਿਹਾ ਵੀ ਵੱਖਵਾਦ ਦੀ ਗੱਲ ਕੀਤੀ ਜਾਵੇ। ਮੈਂ ਸਿਰਫ ਜਸਟਿਸ ਦੀ ਗੱਲ ਕਰ ਰਿਹਾ, ਭਾਈਚਾਰੇ ਦੀ ਗੱਲ ਕਰ ਰਿਹਾ, ਪਿਆਰ ਤੇ ਸਾਂਝ ਦੀ ਗੱਲ ਕਰ ਰਿਹਾ, ਤੇ ਬੜੀ ਇੱਜ਼ਤ ਨਾਲ ਤੇ ਬਹੁਤ ਹੀ ਨਿਮਰਤਾ ਨਾਲ ਹੱਥ ਬੰਨ੍ਹ ਕੇ ਅਰਦਾਸ ਕਰ ਰਿਹਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਪਲੀਜ਼ ਪੰਥ ਨੂੰ ਤੁਸੀਂ ਉੱਤੇ ਉੱਠੋ। ਤੁਸੀਂ ਧਰਮ ਦੇ ਪ੍ਰਚਾਰਕ ਹੋ, ਸਿੱਖੀ ਦੇ ਪ੍ਰਚਾਰਕ ਹੋ, ਅਧਿਆਤਮਿਕ ਸੂਖਮਤਾ ਦਿਖਾਓ, ਆਪਦੇ ਆਪ ਨੂੰ ਵੱਡਾ ਇਨਸਾਨ ਬਣਾਓ, ਵੱਡਾ ਜੇਰਾ ਰੱਖੋ, ਤੇ ਮਾਫ ਕਰੋ। ਤੇ ਪੰਥ ਕੋਲੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਕੋਲੇ ਜਾ ਕੇ ਬੈਠੋ, ਤੇ ਜਿਹੜੇ ਉੱਥੇ ਜਥੇਦਾਰ ਸਾਹਿਬ, ਮੈਨੂੰ ਪੂਰੀ ਆਸ ਆ ਜਿਹੜਾ ਦੂਜਾ ਧਿਰਾ ਜਾਂ ਦਮਦਮੀ ਟਕਸਾਲ ਜੇ ਤੁਸੀਂ ਕਹਿੰਦੇ ਹੋ ਵੀ ਉਹ ਧਿਰਾ, ਉਹ ਆਪਦੀ ਆ ਕੇ ਮਾਫੀ ਮੰਗਣਗੇ, ਤੁਸੀਂ ਆਪਦੀ ਜਾ ਕੇ ਮਾਫੀ ਮੰਗੇ, ਉਹ ਗੱਲ ਖਤਮ ਹੋ ਜੂਗੀ। ਐਡੀ ਕੋਈ ਗੱਲ ਨਹੀਂ ਆ। ਬਾਕੀ ਵਿਦਵਾਨਾਂ ਨੂੰ ਹੋਰ ਜ਼ਿਆਦਾ ਪਤਾ ਹੋਊਗਾ ਇਸ ਬਾਰੇ, ਸਾਡੇ ਸਿੱਖ ਵਿਦਵਾਨਾਂ ਨੂੰ। ਸੋ ਮੇਰੀ ਇਹੀ ਅਰਦਾਸ ਆ ਜੀ ਤੁਹਾਡੇ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੀ ਕੌਮ ਪ੍ਰਤੀ, ਵੀ ਆਪਸ 'ਚ ਨਹੀਂ ਅਸੀਂ ਵੰਡਿਆ ਜਾਣਾ, ਆਪਸ 'ਚ ਸਾਡੇ ਪੁਆੜੇ ਨਹੀਂ ਪੈਣੇ ਚਾਹੀਦੇ, ਅਸੀਂ ਗੰਡਾਸੇ ਚੱਕ ਕੇ ਨਹੀਂ ਫਿਰਨਾ, ਅਸੀਂ ਇੱਕ ਦੂਜੇ ਨੂੰ ਪਿਆਰ ਦੇਣਾ, ਇੱਜ਼ਤ ਦੇਣੀ ਆ, ਸੰਵਾਦ ਲਈ ਇੱਕ ਮਾਹੌਲ ਰਚਣਾ, ਬੜਾ ਪੋਜ਼ਿਟਿਵ ਮਾਹੌਲ ਰਚਣਾ, ਬੜਾ ਓਪਨ ਮਾਈਂਡ ਨਾਲ ਉੱਥੇ ਸੰਵਾਦ ਹੋਣੇ ਚਾਹੀਦੇ ਆ, ਇੱਕ ਦੂਜੇ ਦੀ ਵਿਚਾਰਧਾਰਾ ਨੂੰ ਸੁਣਨਾ ਚਾਹੀਦਾ। ਕਿਉਂਕਿ ਅਸੀਂ ਸਾਡਾ ਟੈਂਪਰਾਮੈਂਟ ਬਹੁਤ ਪ੍ਰੋਬਲਮ ਆ, ਟੈਂਪਰਾਮੈਂਟ ਆ ਨਾ ਜਿਹੜਾ ਸਾਡੇ ਕੋਲੇ, ਅਸੀਂ ਗੰਡਾਸੇ ਕੱਢ ਲੈਂਦੇ ਆ, ਪਹਿਲਾਂ ਗੱਲ ਬਾਅਦ 'ਚ ਕਰਦੇ ਆ, ਉਹ ਬਹੁਤ ਵੱਡੀ ਪ੍ਰੋਬਲਮ ਆ। ਸੋ ਉਸ ਟੈਂਪਰਾਮੈਂਟ ਨੂੰ ਸਾਨੂੰ ਜਦੋਂ ਤੱਤੀਆਂ ਤਵੀਆਂ ਤੇ, ਜਾਂ ਤੁਸੀਂ ਦਿੱਲੀ ਦੇ ਚਾਂਦਨੀ ਚੌਂਕ 'ਚ ਜਦੋਂ ਸੀਸ ਕਟਾਏ ਗਏ ਆ, ਉਦੋਂ ਤਾਂ ਉੱਥੇ ਕਿਸੇ ਨੇ, ਸਾਡੇ ਗੁਰੂ ਸਾਹਿਬਾਨ ਨੇ ਤਾਂ ਕੋਈ ਇਹੋ ਜਿਹੀ ਗੱਲ ਗੁੱਸੇ 'ਚ ਆ ਕੇ ਜਾਂ ਕੋਈ ਭੜਕਾਊ ਗੱਲ ਨਹੀਂ ਕੀਤੀ। ਸੋ ਉਹਨਾਂ ਨੇ ਜਿਹੜਾ ਸਾਨੂੰ ਚੀਜ਼ ਸਿਖਾਈ ਆ ਵੀ ਟੈਂਪਰਾਮੈਂਟ, ਸੰਤੁਲਨ ਬਣਾ ਕੇ ਰੱਖਣਾ, ਉਹ ਬਹੁਤ ਜ਼ਰੂਰੀ ਆ। ਸੋ ਮੇਰੀ ਇਹੀ ਇੱਕ ਵਾਰੀ ਫੇਰ ਤੁਹਾਨੂੰ ਅਰਦਾਸ ਆ ਜੀ, ਪੰਥ ਨੂੰ, ਕੌਮ ਨੂੰ ਨਾ ਆਪਾਂ ਆਪਸ 'ਚ ਵੰਡ ਪਾਉਣ ਦਈਏ, ਅਸੀਂ ਇਹਨਾਂ ਨੂੰ ਇਕੱਠੇ ਰੱਖਣਾ, ਆਪਸ 'ਚ ਪਿਆਰ ਤੇ ਆਪਸ 'ਚ ਸਾਡੀ ਜਿਹੜੀ ਭਾਵਨਾ ਬਣੀ ਜਾਂਦੀ ਰਹੇ। ਇੱਕ ਗੱਲ ਹੋਰ ਜਿਹੜੀ ਜਾਣ ਤੋਂ ਪਹਿਲਾਂ ਮੈਂ ਕਹਿਣੀ ਚਾਹਣਾ, ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੀ ਡੇਰਿਆਂ ਦੀ ਗੱਲ ਹੈ ਨਾ, ਕੋਈ ਵੀ ਡੇਰਾ ਸਾਡੇ ਪੰਜਾਬ 'ਚ ਉਦੋਂ ਤੱਕ ਨੁਕਸਾਨ ਨਹੀਂ ਕਰਦਾ ਜਦੋਂ ਤੱਕ ਉਹਨੂੰ ਸਟੇਟ ਦੀ ਸਪੋਰਟ ਨਾ ਮਿਲੇ। ਉਦੋਂ ਤੱਕ ਗੱਲਾਂ ਆਪਸ 'ਚ ਬੈਠ ਕੇ ਨਜਿੱਠੀਆਂ ਜਾਂਦੀਆਂ, ਉਦੋਂ ਤੱਕ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ। ਕਿਉਂਕਿ ਬਥੇਰੇ ਵਖਰੇਵੇਂ ਆਏ ਆ, ਸਿੱਖੀਜ਼ਮ 'ਚੋਂ ਬਹੁਤ ਧਾਰਾਵਾਂ ਜਿਹੜੀਆਂ ਬਣੀਆਂ ਇੱਧਰ ਉੱਧਰ ਗਏ ਆ। ਜਦੋਂ ਸਟੇਟ ਉਹਨੂੰ ਆਪਣੇ ਕੋਲੇ ਬਹੁਤ ਉਦਾਹਰਨਾਂ ਪਈਆਂ, ਉਹਨੂੰ ਚੱਕਣਾ ਸ਼ੁਰੂ ਕਰ ਦਿੰਦਾ, ਔਰ ਇਹ ਪਤਾ ਵੀ ਨਹੀਂ ਲੱਗਦਾ, ਇਹ ਜਿਹੜਾ ਡੇਰੇ ਦੇ ਮੁਖੀ ਆ, ਇਹ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਸੋ ਤੁਹਾਨੂੰ ਜੇ ਕੋਈ ਇਹ ਗੱਲ ਕਹਿ ਰਿਹਾ ਤੁਸੀਂ ਏਜੰਸੀਆਂ ਦੇ ਬੰਦੇ ਹੋ, ਸੋ ਕਈ ਵਾਰੀ ਤੁਹਾਨੂੰ ਵੀ ਇਹ ਗੱਲ ਪਤਾ ਵੀ ਨਹੀਂ ਲੱਗਣੀ ਵੀ ਉਹ ਤੁਹਾਡੇ ਨਾਲ ਕਿਵੇਂ ਖੇਡ ਰਹੇ ਆ। ਸੋ ਇਸ ਕਰਕੇ ਪ੍ਰੋਬਲਮ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਕਿਸੇ ਡੇਰੇ ਤੇ, ਕਿਸੇ ਜਥੇਬੰਦੀ ਤੇ ਸਟੇਟ ਆਪਦੀ ਖਾਸ ਤਰ੍ਹਾਂ ਦੀ ਇੱਕ ਰਾਜਨੀਤੀ ਲੈ ਕੇ
ਉਹਨੂੰ ਚੱਕਣਾ ਸ਼ੁਰੂ ਕਰ ਦਿੰਦਾ ਤੇ ਉਹ ਰਿਅਲਾਈਜ਼ ਵੀ ਨਹੀਂ ਕਰਦੇ ਤੇ ਵੱਡੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਤਾਂ ਆਪਾਂ ਇਹਨਾਂ ਸਾਰਿਆਂ ਗੱਲਾਂ ਨੂੰ ਸਮਝਣਾ, ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਕੇ ਨਜਿੱਠਣਾ। ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।